हेलो गाइस वेलकम बैक टू माय यूट्यूब चैनल। पिछली वीडियोस ਵਿੱਚ ਆਪਾਂ ਜਿਹੜਾ ਲੈਸਨ ਨੰਬਰ 1 ਸਟਾਰਟ ਕੀਤਾ ਸੀ ਅਕਾਊਂਟਸ ਆਫ ਨਾਨ ਪ੍ਰੋਫਿਟ ਆਰਗੇਨਾਈਜੇਸ਼ਨਸ ਤੇ ਇਹਦੇ ਵਿੱਚ ਜਿਹੜੇ ਆਪਾਂ ਸ਼ਾਰਟ ਨੂਮੈਰੀਕਲ ਸੋਲਵ ਕੀਤੇ ਸੀਗੇ ਤੇ ਅੱਜ ਆਪਾਂ ਜਿਹੜਾ ਆ ਲੌਂਗ ਨੂਮੈਰੀਕਲ ਸੋਲਵ ਕਰਾਂਗੇ ਜਿਹੜਾ ਕਿ 4 ਮਾਰਕਸ ਵਿੱਚ ਆਊਗਾ ਤੁਹਾਨੂੰ ਜਿਹੜਾ ਅਕੋਰਡਿੰਗ ਟੂ ਜਿਹੜਾ ਆ ਹੁਣ ਜਿਹੜਾ ਪੈਟਰਨ ਆਉਂਦਾ ਉਹਦੇ ਅਕੋਰਡਿੰਗ 4 ਮਾਰਕਸ ਦਾ ਆਉਂਦਾ ਠੀਕ ਆ। ਤੇ ਚਲੋ ਸਟਾਰਟ ਕਰਦੇ ਹਾਂ ਨੂਮੈਰੀਕਲ ਨੰਬਰ 22 ਜਿਹਦੇ ਵਿੱਚ ਕਿ ਆਪਾਂ ਨੂੰ ਸਭ ਤੋਂ ਪਹਿਲਾਂ ਕੀ ਸਟੇਟਮੈਂਟ ਦੇਖ ਲੈਂਦੇ ਆ। ਦ ਫੋਲੋਇੰਗ ਇਜ਼ ਦੀ ਰਿਸੀਪਟ ਐਂਡ ਪੇਮੈਂਟ ਅਕਾਊਂਟ ਫॉर द ਇੰਡੀਅਨ ਜਿਮਖਾਨਾ ਫॉर द ਈਅਰ ਐਂਡਡ 31 ਦਸੰਬਰ 2019। ਸਭ ਤੋਂ ਪਹਿਲਾਂ ਤੁਸੀਂ ਕੀ ਕਰਨਾ ਹੈ ਕਿ ਜਿਹੜਾ ਰਿਸੀਪਟ ਐਂਡ ਪੇਮੈਂਟ ਅਕਾਊਂਟ ਜਾਂ ਇਨਕਮ ਐਂਡ ਐਕਸਪੈਂਡੀਚਰ ਅਕਾਊਂਟ ਤੇ ਬੈਲੈਂਸ ਸ਼ੀਟ ਦਾ ਜਿਹੜਾ ਪਰਫਾਰਮਾ ਬੁੱਕ ਵਿੱਚੋਂ ਦੇਖ ਲੈਣਾ ਹੈ ਠੀਕ ਆ, ਤਾਂ ਕਿ ਤੁਹਾਨੂੰ ਪਤਾ ਲੱਗ ਜੂਗਾ ਕਿ ਕਿਹੜੀਆਂ ਆਈਟਮਸ ਆ ਜਿਹੜੀਆਂ ਰਿਸੀਪਟ ਐਂਡ ਪੇਮੈਂਟ ਜਾਂ ਕਿਹੜੀਆਂ ਇਨਕਮ ਐਂਡ ਐਕਸਪੈਂਡੀਚਰਸ ਤੇ ਕਿਹੜੀਆਂ ਬੈਲੈਂਸ ਸ਼ੀਟ ਵਿੱਚ ਆਉਣੀਆਂ ਠੀਕ ਆ। ਤੇ ਇਹਦੇ ਵਿੱਚ ਜਿਹੜਾ ਆ ਰਿਸੀਪਟ ਐਂਡ ਪੇਮੈਂਟ ਅਕਾਊਂਟ ਦੀ ਉਹਨਾਂ ਨੇ ਸਾਰੀ ਇਨਫੋਰਮੇਸ਼ਨ ਦਿੱਤੀ ਹੋਈ ਆ। ਤੇ ਨੈਕਸਟ ਕੀ ਆ ਇਹਦੇ ਵਿੱਚ ਆਪਾਂ ਐਡੀਸ਼ਨ ਇਨਫੋਰਮੇਸ਼ਨ ਦੇਖਦੇ ਹਾਂ ਠੀਕ ਆ। ਤੇ ਜਦੋਂ ਜਿੱਦਾਂ ਆਪਾਂ ਇਹਨੂੰ ਮਤਲਬ ਕਰਾਂਗੇ ਸੋਲਵ ਕਰਾਂਗੇ ਮੈਂ ਨਾਲ ਐਕਸਪਲੇਨ ਕਰਦੀ ਜਾਊਂਗੀ ਠੀਕ ਆ। ਸਭ ਤੋਂ ਪਹਿਲਾਂ ਕੀ ਹੈ ਇਹਦੇ ਵਿੱਚ ਆ ਦੇਖ ਲੈਂਦੇ ਆ ਐਡੀਸ਼ਨ ਇਨਫੋਰਮੇਸ਼ਨ। ਉਹਨਾਂ ਨੇ ਕੀ ਲਿਖਿਆ, ਡੋਨੇਸ਼ਨਸ ਲਾਈਕ ਮੈਂਬਰਸ਼ਿਪ ਫੀਸ ਐਂਡ ਐਂਟਰੈਂਸ ਫੀਸ ਆਰ ਟੂ ਬੀ ਟ੍ਰੀਟਡ ਐਸ ਕੈਪੀਟਲ ਰਿਸੀਪਟਸ। ਤੇ ਜਿਹੜੇ ਉਹਨਾਂ ਨੇ ਕਿਹਾ ਕਿ ਇਹਦੇ ਵਿੱਚੋਂ ਜਿਹੜੀ ਡੋਨੇਸ਼ਨ ਆ ਲਾਈਕ ਮੈਂਬਰਸ਼ਿਪ ਫੀਸ ਆ ਜਾਂ ਐਂਟਰੈਂਸ ਫੀਸ ਆ ਉਹਨੂੰ ਕੀ ਟ੍ਰੀਟ ਕਰਨਾ ਐਸੇ ਕੈਪੀਟਲ ਰਿਸੀਪਟਸ ਠੀਕ ਆ। ਕੈਪੀਟਲ ਰਿਸੀਪਟਸ ਜਦੋਂ ਆਪਾਂ ਇਹਨੂੰ ਟ੍ਰੀਟ ਕਰਦੇ ਆ ਤਾਂ ਉਦੋਂ ਆਪਾਂ ਇਹਨੂੰ ਬੈਲੈਂਸ ਸ਼ੀਟ ਵਿੱਚ ਲਾਇਬਿਲਿਟੀ ਸਾਈਡ ਸ਼ੋ ਕਰਨਾ ਹੁੰਦਾ ਠੀਕ ਆ। ਤੇ ਜੇ ਆਪਾਂ ਨੂੰ ਮਤਲਬ ਲਿਖਿਆ ਹੋਇਆ ਕਿ ਐਸੇ ਰੈਵਨਿਊ ਰਿਸੀਪਟ ਇਹਨੂੰ ਸ਼ੋ ਕਰਨਾ ਤਾਂ ਇਹਨੂੰ ਆਪਾਂ ਇਨਕਮ ਐਕਸਪੈਂਡੀਚਰ ਵਿੱਚ ਵੀ ਸ਼ੋ ਕਰਦੇ ਆ। ਜਿੱਦਾਂ ਸਟੇਟਮੈਂਟ ਵਿੱਚ ਲਿਖਿਆ ਹੋਊਗਾ ਉਹਦੇ ਅਕੋਰਡਿੰਗ ਆਪਾਂ ਨੂੰ ਜਿਹੜੇ ਨੂਮੈਰੀਕਲਸ ਆ ਸੋਲਵ ਕਰਨੇ ਪੈਣੇ ਆ ਓਕੇ। ਤੇ ਅੱਗੇ ਕੀ ਲਿਖਿਆ ਇਹਨਾਂ ਨੇ, ਐਂਡ ਟੂ ਵੀ ਮਰਜਡ ਇਨ ਕੈਪੀਟਲ ਫੰਡ। ਤੇ ਇਹ ਜਿਹੜੇ ਤਿੰਨੇ ਇਹਨਾਂ ਨੂੰ ਕੈਪੀਟਲ ਫੰਡ ਵਿੱਚ ਆਪਾਂ ਮਰਜਡ ਕਰਨਾ ਹੈ ਠੀਕ ਆ। ਕੈਪੀਟਲ ਫੰਡ ਮਤਲਬ ਬੈਲੈਂਸ ਸ਼ੀਟ ਵਿੱਚ ਆਪਾਂ ਹੁੰਦਾ ਹੈ ਕੈਪੀਟਲ ਫੰਡ, ਉਹਦੇ ਵਿੱਚ ਆਪਾਂ ਇਹਨੂੰ ਐਡ ਕਰ ਦੇਣਾ ਇਹਨਾਂ ਤਿੰਨਾਂ ਨੂੰ, ਤੇ ਇਹਨੂੰ ਆਪਾਂ ਇਨਕਮ ਐਂਡ ਐਕਸਪੈਂਡੀਚਰ ਵਿੱਚ ਸ਼ੋ ਨਹੀਂ ਕਰਨਾ ਓਕੇ। ਤੇ ਨੈਕਸਟ ਕੀ ਹੈ, ਸਬਸਕ੍ਰਿਪਸ਼ਨ ਫॉर 2019 ਤੇ ਈਅਰ ਕਿਹੜਾ ਹੈ ਆਪਣੇ ਕੋਲ, ਕਰੰਟ ਈਅਰ 2019 ਹੈ ਠੀਕ ਆ। ਤੇ ਇੱਥੇ ਵੀ ਇਨਫੋਰਮੇਸ਼ਨ ਕਿਹਦੇ ਅਕੋਰਡਿੰਗ ਦਿੱਤੀ ਹੈ 2019 ਦੇ। ਸਬਸਕ੍ਰਿਪਸ਼ਨ ਜਿਹੜੀ 2019 ਦੀ ਆ ਅਮਾਊਂਟਿੰਗ ਟੂ ₹300 ਆਰ ਆਊਟਸਟੈਂਡਿੰਗ ਐਂਡ ਅਨਪੇਡ। ਕੀ ਬੋਲਿਆ ਉਹਨਾਂ ਨੇ ਕਿ ਜਿਹੜੀ 2019 ਦੀ ਐਟ ਦੀ ਐਂਡ ਆਫ ਸਬਸਕ੍ਰਿਪਸ਼ਨ ਆ 300 ਆਊਟਸਟੈਂਡਿੰਗ ਆ ਠੀਕ ਆ। ਤੇ ਆਪਾਂ ਨੂੰ ਪਤਾ ਕਿ ਕਰੰਟ ਈਅਰ ਤੇ ਜਿਹੜੀ ਹੁੰਦੀ ਆ ਆਊਟਸਟੈਂਡਿੰਗ ਸਬਸਕ੍ਰਿਪਸ਼ਨ ਉਹਨੂੰ ਕੀ ਕਰੀਦਾ ਆਪਾਂ ਐਡ, ਤੇ ਉੱਪਰ ਜਿਹੜੀ ਸਬਸਕ੍ਰਿਪਸ਼ਨ ਦਿੱਤੀ ਉਹਦੇ ਵਿੱਚ ਆਪਾਂ ਐਡ ਕਰ ਦੇਣਾ ਉਹਨੂੰ ਠੀਕ ਆ। ਤੇ ਅੱਗੇ ਕੀ ਹੈ ਨੈਕਸਟ, ਆਊਟਸਟੈਂਡਿੰਗ ਸੈਲਰੀਜ਼ ਫॉर ਦਸੰਬਰ 2019 ਆ ₹170 ਐਂਡ 200 ਇਜ਼ ਦੀ ਅਮਾਊਂਟ ਆਫ ਇੰਟਰਸਟ ਅਕਰੂਡ ਔਨ ਇਨਵੈਸਟਮੈਂਟ। ਤੇ ਆਊਟਸਟੈਂਡਿੰਗ ਸੈਲਰੀਜ਼ ਵੀ 2019 ਦੀ ਆ, ਇਹਨਾਂ ਨੂੰ ਕੀ ਕਰਨਾ ਪਲੱਸ ਇਹਨਾਂ ਨੂੰ ਵੀ ਕਰ ਦੇਣਾ, ਵੀ ਆਪਣੇ ਕੋ ਉੱਪਰ ਸੈਲਰੀਜ਼ ਦਿੱਤੀਆਂ ਹੋਣਗੀਆਂ ਉਹਦੇ ਵਿੱਚ ਆਪਾਂ ਪਲੱਸ ਕਰ ਦੇਣਾ ਆਊਟਸਟੈਂਡਿੰਗ ਸੈਲਰੀਜ਼। ਐਂਡ 200 ਇਜ਼ ਦੀ ਅਮਾਊਂਟ ਆਫ ਇੰਟਰਸਟ ਅਕਰੂਡ ਔਨ ਇਨਵੈਸਟਮੈਂਟ। ਅਕਰੂਡ ਇੰਟਰਸਟ ਕਿਹੜਾ ਹੁੰਦਾ, ਇਹ ਮਤਲਬ ਜਿਹੜਾ ਫਿਕਸ ਡੇਟ ਤੇ ਜਿਹੜਾ ਇਨਕਰ ਤਾਂ ਹੋ ਜਾਂਦਾ ਬਟ ਹਲੇ ਉਹਦੀ ਪੇਮੈਂਟ ਨਹੀਂ ਹੋਈ ਹੁੰਦੀ ਠੀਕ ਆ। ਤੇ ਹੋ ਗਿਆ ਅਕਰੂਡ ਇਨਵੈਸਟਮੈਂਟ, ਇਹਨੂੰ ਵੀ ਆਪਾਂ ਜਿਹੜਾ ਇੰਟਰਸਟ ਉਹਦੇ ਵਿੱਚ ਐਡ ਕਰ ਦੇਣਾ। ਨੈਕਸਟ ਕੀ ਲਿਖਿਆ ਆ, ਪ੍ਰਪੇਅਰ ਦੀ ਇਨਕਮ ਐਂਡ ਐਕਸਪੈਂਡੀਚਰ ਅਕਾਊਂਟ ਆਫ ਦੀ ਇੰਡੀਅਨ ਜਿਮਖਾਨਾ ਫॉर द ਈਅਰ ਐਂਡਡ 31 ਦਸੰਬਰ 2019 ਐਂਡ ਦੀ ਬੈਲੈਂਸ ਸ਼ੀਟ ਔਨ ਦੈਟ ਡੇ। ਹੁਣ ਉਹਨਾਂ ਨੇ ਆਪਾਂ ਨੂੰ ਕੀ ਬਣਾਉਣ ਨੂੰ ਕਿਹਾ, ਇਨਕਮ ਐਂਡ ਐਕਸਪੈਂਡੀਚਰ ਅਕਾਊਂਟ ਐਂਡ ਬੈਲੈਂਸ ਸ਼ੀਟ ਔਨ 31 ਦਸੰਬਰ 2019 ਦੀ ਠੀਕ ਆ। ਤੇ ਚਲੋ ਇਹਦੇ ਵਿੱਚ ਆਪਾਂ ਦੇਖ ਲੈਂਦੇ ਆ ਕਿ ਆਪਾਂ ਨੂੰ ਜਿਹੜਾ ਰਿਸਿਪਟ ਸਾਈਡ ਹੈ ਇਹਦੇ ਵਿੱਚੋਂ ਕਿਹੜੀਆਂ ਆਈਟਮਸ ਆ ਜਿਹੜੀਆਂ ਆਪਾਂ ਇਨਕਮ ਐਂਡ ਐਕਸਪੈਂਡੀਚਰ ਵਿੱਚ ਸ਼ੋ ਕਰਨੀਆਂ ਤੇ ਕਿਹੜੀਆਂ ਆਪਾਂ ਬੈਲੈਂਸ ਸ਼ੀਟ ਵਿੱਚ ਸ਼ੋ ਕਰਨੀਆਂ, ਥੋੜੀ ਜਿਹੀ ਟਿਕ ਕਰ ਲੈਣੇ ਠੀਕ ਆ, ਤਾਂ ਕਿ ਆਪਾਂ ਜਦੋਂ ਸੋਲਵ ਕਰਨਾ ਉਹਨੂੰ ਆਪਾਂ ਨੂੰ ਈਜ਼ੀ ਹੋਵੇ। ਸਭ ਤੋਂ ਪਹਿਲਾਂ ਉਹਨਾਂ ਨੇ ਨੀਚੇ ਲਿਖਿਆ ਹੋਇਆ ਡੋਨੇਸ਼ਨ ਲਾਈਨ ਮੈਂਬਰਸ਼ਿਪ ਫੀਸ ਐਂਟਰੈਂਸ ਫੀਸ ਆ ਜਿਹੜੇ ਇਹ ਨਹੀਂ ਆਉਣੇ। 2 ਕੁਆਡਰੈਂਗੂਲਰ ਜਿਹੜਾ ਮੈਚ ਆ ਫੰਡ ਰਿਸਿਪਟਸ ਇਹ ਵੀ ਨਹੀਂ ਆਉਣਾ। ਤੇ ਅੱਗੇ ਕੀ ਹੈ ਨੈਕਸਟ, ਸਬਸਕ੍ਰਿਪਸ਼ਨ ਤੇ ਇੱਥੇ ਰਿਸੀਪਟਸ ਆ ਇਹ ਇਨਕਮ ਐਂਡ ਐਕਸਪੈਂਡੀਚਰ ਵਿੱਚ ਜਿਹੜਾ ਆ ਇਹ ਕ੍ਰੈਡਿਟ ਸਾਈਡ ਜਾਊਗਾ ਇਨਕਮ ਸਾਈਡ ਠੀਕ ਆ। ਇੱਥੇ ਡੈਬਿਟ ਸਾਈਡ ਆ, ਉਧਰ ਜਿਹੜਾ ਇਨਕਮ ਐਂਡ ਐਕਸਪੈਂਡੀਚਰ ਵਿੱਚ ਆ ਕ੍ਰੈਡਿਟ ਸਾਈਡ ਇਨਕਮ ਆ, ਉੱਥੇ ਆਪਾਂ ਸ਼ੋ ਕਰਾਂਗੇ ਸਬਸਕ੍ਰਿਪਸ਼ਨ। ਨੀਚੇ ਜਿਹੜੀ ਐਡੀਸ਼ਨ ਇਨਫੋਰਮੇਸ਼ਨ ਦਿੱਤੀ ਉਹਦੇ ਅਕੋਰਡਿੰਗ ਪਲੱਸ ਜਾਂ ਮਾਈਨਸ ਕਰਕੇ। ਤੇ ਅੱਗੇ ਕੀ ਹੈ ਇੰਟਰਸਟ ਆਊਗਾ, ਸੇਲ ਆਫ ਸਕ੍ਰੈਪ ਆਊਗਾ, ਸੈਂਡਰੀ ਰਿਸੀਪਟਸ ਆਊਗਾ। ਇਹ ਚਾਰੋਂ ਕੀ ਹੈ ਇਨਕਮਸ ਆ, ਇਨਕਮ ਐਂਡ ਐਕਸਪੈਂਡੀਚਰ ਵਿੱਚ ਆਪਾਂ ਸ਼ੋ ਕਰਾਂਗੇ ਓਕੇ। ਤੇ ਨੈਕਸਟ ਕੀ ਹੈ ਇੱਧਰ ਬਿਲਡਿੰਗਸ ਐਸਟ ਆਪਾਂ ਨੂੰ ਪਤਾ ਉਹਦੇ ਵਿੱਚ ਸ਼ੋ ਕਰਨਾ ਬੈਲੈਂਸ ਸ਼ੀਟ ਵਿੱਚ। ਐਕਸਪੈਂਸਿਸ ਆਫ ਕੁਆਡਰੈਂਗੂਲਰ ਮੈਚਸ ਇਹ ਵੀ ਨਹੀਂ ਆਉਗੇ, ਫਰਨੀਚਰ ਵੀ ਨਹੀਂ ਆਊਗਾ, ਫਰਨੀਚਰ ਪਤਾ ਐਸਟ ਆ। ਸੈਲਰੀਜ਼ ਐਕਸਪੈਂਸ ਆ ਇਹ ਆਊਗੀਆਂ ਜਿਹੜਾ ਇਨਕਮ ਐਂਡ ਐਕਸਪੈਂਡੀਚਰ ਵਿੱਚ ਐਕਸਪੈਂਡੀਚਰ ਸਾਈਡ ਡੈਬਿਟ ਸਾਈਡ। ਐਕਸਪੈਂਸਿਸ ਔਨ ਟੈਨਿਸ ਵੀ ਆਊਗਾ, ਇੰਸ਼ੋਰੈਂਸ ਪੇਡ ਆ ਜਿਹੜਾ ਇਹ ਵੀ ਆਊਗਾ, ਗਾਰਡਨਿੰਗ ਐਕਸਪੈਂਸਿਸ, ਪ੍ਰਿੰਟਿੰਗ ਐਂਡ ਸਟੇਸ਼ਨਰੀ, ਪੋਸਟੇਜ, ਸੰਡਰੀਜ਼ ਇਹ ਸਾਰੇ ਜਿਹੜੇ ਐਕਸਪੈਂਸਿਸ ਆ ਇਹਨਾਂ ਨੂੰ ਆਪਾਂ ਸ਼ੋ ਕਰਨਾ ਇਨਕਮ ਐਂਡ ਐਕਸਪੈਂਡੀਚਰ ਵਿੱਚ। ਤੇ ਇਨਵੈਸਟਮੈਂਟ ਆਪਾਂ ਨੂੰ ਪਤਾ ਕੀ ਆ ਐਸਟ ਆ, ਇਹ ਬੈਲੈਂਸ ਸ਼ੀਟ ਵਿੱਚ। ਬੈਲੈਂਸ ਸ਼ੀਟ ਦੀ ਜਿਹੜਾ ਕੈਸ਼ ਆ ਇਹ ਵੀ ਬੈਲੈਂਸ ਸ਼ੀਟ ਵਿੱਚ ਓਕੇ।
तो चलो स्टार्ट करते हैं। ये मैं परफॉर्मा बनाया इनकम एंड एक्सपेंडिचर अकाउंट का। ਇਹਦਾ ਹੈਗਾ ਇੱਧਰ ਡੈਬਿਟ ਸਾਈਡ ਤੇ ਇੱਧਰ ਹੈਗਾ ਕ੍ਰੈਡਿਟ ਸਾਈਡ। ਤੇ ਇਹਦੇ ਵਿੱਚ ਜਿਹੜੇ ਕ੍ਰੈਡਿਟ ਸਾਈਡ ਇਨਕਮਸ ਹੋ ਗਈਆਂ ਤੇ ਡੈਬਿਟ ਸਾਈਡ ਕੀ ਹੋ ਗਿਆ, ਐਕਸਪੈਂਸਿਸ ਹੋ ਗਏ। ਠੀਕ ਆ, ਤੇ ਇੱਥੋਂ ਆਪਾਂ ਦੇਖ ਲੈਂਦੇ ਆ। ਸਭ ਤੋਂ ਪਹਿਲਾਂ ਆਪਾਂ ਇਨਕਮ ਸਾਈਡ ਦੇਖਾਂਗੇ। ਇਹਦੇ ਵਿੱਚੋਂ ਮੈਂ ਤੁਹਾਨੂੰ ਕੀ ਦੱਸਿਆ ਸੀਗਾ, ਰਿਸੀਪਟਸ ਆ ਇਹ। ਠੀਕ ਆ, ਇਹਦੀ ਰਿਸੀਪਟ ਡੈਬਿਟ ਸਾਈਡ ਆ, ਇਹਦੀ ਕ੍ਰੈਡਿਟ ਜਿਹੜੀ ਇਨਕਮ ਸਾਈਡ ਆ। ਤਾਂ ਇਹਦੇ ਵਿੱਚ ਆਪਾਂ ਸਭ ਤੋਂ ਪਹਿਲਾਂ ਪਾਵਾਂਗੇ ਬਾਏ ਸਬਸਕ੍ਰਿਪਸ਼ਨ। ਕਿੰਨੀ ਦਿੱਤੀ ਹੋਈ ਆਪਾਂ ਨੂੰ ਸਬਸਕ੍ਰਿਪਸ਼ਨ, ਇੱਥੇ ਇਹਨਾਂ ਨੇ ਲਿਖਿਆ ਹੋਇਆ 3200 ਦੀ ਆ, ਤੇ ਉਹਦੇ ਵਿੱਚ ਇਨਕਲੂਡਿੰਗ ₹100 ਫॉर 2020 ਦੇ ਆ। ਠੀਕ ਆ, 2020 ਦੇ ਆਪਾਂ ਨੂੰ ਪਤਾ ਐਡਵਾਂਸ ਵਿੱਚ ਆ, ਮਤਲਬ ਇਹ 2020 ਵਿੱਚ ਆਪਾਂ ਪਾਉਣੇ ਆ ਜਿਹੜੇ ₹100 ਆ। ਫਿਰ ਇਹਨਾਂ ਨੂੰ ਕੀ ਕਰ ਦੇਣਾ, ਆਪਾਂ ਮਾਈਨਸ ਕਰ ਦੇਣਾ। ਤੇ ਜਿਹੜੇ ਨੀਚੇ ਆਪਾਂ ਨੂੰ ਦਿੱਤੇ ਹੋਏ ਸੀਗੇ ਆਊਟਸਟੈਂਡਿੰਗ ਜਿਹੜੀ ਸਬਸਕ੍ਰਿਪਸ਼ਨ ਫॉर 2019 ਦੀ ਸੀਗੀ ਅਮਾਊਂਟਿੰਗ ਟੂ ₹300 ਆਰ ਆਊਟਸਟੈਂਡਿੰਗ, ਇਹਨਾਂ ਨੂੰ ਕੀ ਕਰਨਾ ਸੀ ਪਲੱਸ, ਤੇ ਆ ਜਿਹੜੇ 100 ਆ ਇਹਨਾਂ ਨੂੰ ਕੀ ਕਰਨਾ ਮਾਈਨਸ। ਠੀਕ ਆ, ਤੇ ਇੱਥੇ ਆਪਾਂ ਸ਼ੁਰੂ ਕਰ ਦਿੰਦੇ ਇਹਨੂੰ ਕਿ ਕਿੱਦਾਂ ਕੀਤਾ ਪਲੱਸ ਜਾਂ ਮਾਈਨਸ ਕਿੰਨਾ ਕੀਤਾ। ਅਮਾਊਂਟ ਕਿੰਨਾ ਸੀਗਾ 3200 ਦਾ ਸੀਗਾ, ਉਹਦੇ ਵਿੱਚ ਆਪਾਂ ਆਊਟਸਟੈਂਡਿੰਗ ਜਿਹੜੀ ਸਬਸਕ੍ਰਿਪਸ਼ਨ ਸੀ ਉਹ ਪਲੱਸ ਕੀਤੀ, ਮਾਈਨਸ ਕੀਤੀ ਜਿਹੜੀ ਆ ਐਡਵਾਂਸ ਵਾਲੀ ਸੀਗੀ ₹100 ਦੇ। ਇਹਦਾ ਟੋਟਲ ਕਿੰਨਾ ਆ ਗਿਆ ਆਪਣੇ ਕੋਲ 3400। ਠੀਕ ਆ ਜੀ, ਇਹ ਪੁਆਇੰਟ ਆਈ ਹੋਪ ਤੁਹਾਨੂੰ ਸਮਝ ਆ ਗਿਆ ਹੋਊਗਾ। ਅੱਗੇ ਨੈਕਸਟ ਕੀ ਆ, ਇੰਟਰਸਟ। ਹੁਣ ਆਪਾਂ ਨੂੰ ਪਤਾ ਕਿ ਇਹਦੇ ਵਿੱਚ ਆਪਾਂ ਪਹਿਲਾਂ ਦੇਖਿਆ ਸੀਗਾ ਨਾ ਕਿ ਇੰਟਰਸਟ ਦੇ ਰਿਲੇਟਡ ਵੀ ਕੋਈ ਇਨਫੋਰਮੇਸ਼ਨ ਨੀਚੇ ਦਿੱਤੀ ਹੋਈ ਆ। ਤਾਂ ਜਿਹੜਾ ਇੰਟਰਸਟ ਸੀਗਾ ਉਹਨਾਂ ਨੇ ਕੀ ਕਿਹਾ ਸੀਗਾ, 200 ਇਜ਼ ਦੀ ਅਮਾਊਂਟ ਆਫ ਇੰਟਰਸਟ ਇਕਰੂਡ ਔਨ ਇਨਵੈਸਟਮੈਂਟ। ਤੇ ਇਹਨੂੰ ਆਪਾਂ ਕੀ ਕਰਨਾ ਸੀ, 200 ਨੂੰ ਪਲੱਸ ਕਰਨਾ ਜਿਹੜਾ ਉੱਪਰ ਇੰਟਰਸਟ ਦਿੱਤਾ ਇਹਦੇ ਵਿੱਚ। ਇੱਥੇ ਲਿਖੋ ਬਾਈ ਇੰਟਰਸਟ, $200 ਉੱਪਰ ਵਾਲਾ ਆ, ਤੇ ਪਲੱਸ ਕਰਨਾ ਜਿਹੜਾ ਇਕਰੂਡ ਆ, ਕਿੰਨਾ ਆ ਗਿਆ ਟੋਟਲ 400। ਓਕੇ, ਤੇ ਨੈਕਸਟ ਕੀ ਆਪਣੇ ਕੋਲ ਸੇਲ ਆਫ ਸਕ੍ਰੈਪ। ਇੱਧਰ ਦੇਖੋ ਇਹ ਕੀ ਹੈ, ਸੇਲ ਆਫ ਸਕ੍ਰੈਪ। ਇਹਦੇ ਰਿਗਾਰਡਿੰਗ ਕੋਈ ਵੀ ਇਨਫੋਰਮੇਸ਼ਨ ਨਹੀਂ ਹੈ ਐਡੀਸ਼ਨਲ, ਇਹਨੂੰ ਇੱਥੇ ਐਡ ਆਪਾਂ ਕਰ ਦੇਣਾ ਸੇਲ ਆਫ ਸਕ੍ਰੈਪ ਕਿੰਨੇ ਦੀ ਹੈ 900। ਨੈਕਸਟ ਕੀ ਹੈ ਸਨਡਰੀ ਰਿਸੀਪਟਸ, ਇਹਦੇ ਰਿਗਾਰਡਿੰਗ ਵੀ ਕੁਛ ਨਹੀਂ ਆ, ਤੇ ਇਹ ਵੀ ਅੱਧੇ ਆਪਾਂ ਇਹਨੂੰ ਪਾ ਦੇਣਾ ਵਿੱਚ ਸਨਡਰੀ ਰਿਸੀਪਟਸ, ਅਮਾਊਂਟ ਕਿੰਨਾ 100। ਠੀਕ ਆ, ਤੇ ਇਹ ਇੱਧਰ ਜਿਹੜੇ ਸੀਗੇ ਆਪਾਂ ਸਾਰੀਆਂ ਆਈਟਮਸ ਨੂੰ ਪਾ ਦਿੱਤਾ ਇੱਧਰਲੀ ਸਾਈਡ। ਓਕੇ, ਤੇ ਹੁਣ ਆਪਾਂ ਜਿਹੜਾ ਡੈਬਿਟ ਸਾਈਡ ਦੇਖਦੇ ਇੱਧਰ ਕੀ ਕੀ ਆਊਗਾ। ਡੈਬਿਟ ਸਾਈਡ ਦੇਖੋ ਇੱਧਰ ਸਭ ਤੋਂ ਪਹਿਲਾਂ ਕੀ ਆਊਗਾ, ਸੈਲਰੀਜ਼। ਸੈਲਰੀਜ਼ ਕਿੰਨੀਆਂ ਇੱਥੇ 1800 ਦੀਆਂ, ਤੇ ਆਪਾਂ ਨੀਚੇ ਇਨਫੋਰਮੇਸ਼ਨ ਸੀਗੀ ਆਊਟਸਟੈਂਡਿੰਗ ਸੈਲਰੀਜ਼ ਆ ਜਿਹੜੀਆਂ ਆਊਟਸਟੈਂਡਿੰਗ ਸੈਲਰੀਜ਼ ਆ ਦਸੰਬਰ 2019 ਆ ਰੁਪੀਸ ਕਿੰਨੀਆਂ ਆ 117 ਦੀਆਂ। ਠੀਕ ਆ, ਤੇ ਇਹਨਾਂ ਨੂੰ ਆਪਾਂ ਵਿੱਚ ਕੀ ਕਰਨਾ ਪਲੱਸ ਕਰਨਾ। ਟੂ ਸੈਲਰੀਜ਼ ਪਹਿਲਾਂ ਕਿੰਨੀਆਂ ਆ 1800 ਦੀਆਂ, ਪਲੱਸ ਕੀ ਕਰਨਾ ਇੱਥੇ ਆਊਟਸਟੈਂਡਿੰਗ ਸੈਲਰੀਜ਼ 170, प्लस टोटल करके आ गया अपने को 1970। ओके, तो नैक्सट की अपने को एक्सपेंसिस, इनू लिखो टू एक्सपेंसिस ऑन टेनिस। इस रिगार्डिंग कोई भी एडिशन इनफॉर्मेशन नहीं सी, तो इनू जस्ट इदा आप ऐड कर लेना। टू एक्सपेंसिस ऑन टेनिस किन्ने सीगे 1140। तो नैक्सट की सीगा आ देखो एक पॉइंट बाय इंश्योरेंस पेड, तो नाल उन्होंने की लिखा होया फॉर 1 ईयर अप टू 30 जून 2020 कि मतलब उन्होंने जो अप टू 30 जून 2020 तक पहले दे दिता, मतलब एक ही हो गया एडवांस वाला हो गया है। ठीक है, तो ये आप 6 मंथ्स कैलकुलेट कर लेने हैं। ठीक है, 6 मंथ्स कैलकुलेट करो, पहला इनू देख लो इतने टू इंश्योरेंस यदा अमाउंट कितना है 360, किन्ने मंथ्स हो गए इतों 30 जून तक 6 मंथ्स हो गए, जनवरी फरवरी मार्च अप्रैल मई जून। ठीक है, 6 मंथ्स हो गए 6/12 किता। आप हम इतने ए वाला अमाउंट लिखांगे 180, कितना आया 180 अपने को आया। ओके, तो नैक्सट की आगे गार्निंग एक्सपेंसिस, ये किन्ने दे 170 दे, गार्निंग एक्सपेंसिस हो गए 117 दे। नैक्सट की अपने को प्रिंटिंग एंड स्टेशनरी,
ये किन्ने दा 80 आ गया क्योंकि ये नाल होर कोई भी इन्फॉर्मेशन नहीं हैगी। 2 आ गया पोस्टेज, 200, 2 सनड्रीज, सनड्रीज किन्ने दे 150। ओके तो होर तो नहीं कुछ रहिंदा, नीचे भी देख लेना एडजस्टमेंट्स विच। ठीक है, ये हो गया। ਆਪਾਂ ਹੁਣ ਇਹਦੇ ਵਿੱਚ ਆਪਾਂ ਜਿਹੜੀ ਕ੍ਰੈਡਿਟ ਸਾਈਡ ਵੀ ਸਾਰੀਆਂ ਆਈਟਮਸ ਪਾ ਦਿੱਤੀਆਂ ਤੇ ਡੈਬਿਟ ਸਾਈਡ ਵੀ। ਠੀਕ ਆ, ਤੇ ਹੁਣ ਆਪਾਂ ਕੀ ਕਰਨਾ, ਇਹਦਾ ਟੋਟਲ ਕਰ ਲੈਣਾ। ਪਹਿਲਾਂ ਕ੍ਰੈਡਿਟ ਸਾਈਡ ਦਾ ਟੋਟਲ ਕਰ ਲਓ, ਕਿੰਨਾ ਆ ਗਿਆ ਆਪਣੇ ਕੋਲ 4800। ਤੇ ਨੈਕਸਟ ਡੈਬਿਟ ਸਾਈਡ ਦਾ ਟੋਟਲ ਕਰ ਲਿਆ ਤੇ ਇਹਦੇ ਵਿੱਚ ਆਪਣੇ ਕੋ ਆਇਆ, ਟੋਟਲ ਕਰਕੇ ਦੇਖ ਲੈਣਾ। ਠੀਕ ਆ ਤੁਸੀਂ, ਇਹਦੇ ਵਿੱਚ ਹੁਣ ਆਪਣੇ ਕੋਲ ਇੱਥੇ ਕੀ ਆਇਆ, ਟੂ ਐਕਸੈਸ ਆਫ ਇਨਕਮ ਓਵਰ ਐਕਸਪੈਂਡੀਚਰ, ਮਤਲਬ ਜਿਹੜੇ ਇਨਕਮ ਆ ਉਹ ਐਕਸਪੈਂਡੀਚਰ ਤੋਂ ਜ਼ਿਆਦਾ, ਫਿਰ ਆਪਣੇ ਕੋ ਕੀ ਆਇਆ ਸਰਪਲਸ। ਇੱਥੇ ਕੀ ਆਇਆ ਸਰਪਲਸ। ਜੇ ਇੱਧਰ ਹੋਵੇ ਤਾਂ ਇੱਧਰ ਕੀ ਹੋਣਾ ਡੈਫੀਸਿਟ। ਠੀਕ ਆ, ਹੁਣ ਇੱਥੇ ਲਿਖ ਲਓ ਬ੍ਰੈਕਟ ਵਿੱਚ ਐਕਸੈਸ ਆਫ ਇਨਕਮ ਓਵਰ ਐਕਸਪੈਂਡੀਚਰ। ਕਿੰਨਾ ਆਇਆ ਐਕਸੈਸ ਆਪਣੇ ਕੋਲ 910 ਤੇ ਇੱਥੇ ਟੋਟਲ ਆ ਗਿਆ 4800। ਠੀਕ ਆ, ਇਹ ਬਣ ਗਿਆ ਆਪਣੇ ਕੋਲ ਇਨਕਮ ਐਂਡ ਐਕਸਪੈਂਡੀਚਰ ਅਕਾਊਂਟ। ਅੱਗੇ ਨੈਕਸਟ ਆਪਾਂ ਕੀ ਬਣਾਉਣਾ ਆ, ਬੈਲੈਂਸ ਸ਼ੀਟ। ਠੀਕ ਆ, ਬੈਲੈਂਸ ਸ਼ੀਟ ਸਟਾਰਟ ਕਰਦੇ ਹਾਂ ਆਪਾਂ। ਸਭ ਤੋਂ ਪਹਿਲਾਂ ਐਸੈਟ ਸਾਈਡ ਤੋਂ ਸਟਾਰਟ ਕਰਦੇ ਹਾਂ। ਠੀਕ ਆ, ਐਸੈਟ ਸਾਈਡ ਹੋਗੀ, ਇੱਧਰ ਐਸੈਟ ਸਾਈਡ ਦੇਖੋ ਕੀ ਆ ਆਪਣੇ ਕੋਲ। ਸਭ ਤੋਂ ਪਹਿਲਾਂ ਕੀ ਹੈ ਬਿਲਡਿੰਗ, ਐਸੈਟ ਹੋ ਗਿਆ ਬਿਲਡਿੰਗ, ਇੱਧਰ ਪਾਓ ਐਸੈਟ ਸਾਈਡ ਬਿਲਡਿੰਗ, ਕਿੰਨੇ ਦੀ ਅਮਾਊਂਟ 40000। ਹੋਰ ਕੀ ਬੈਲੈਂਸ CD ਜਿਹੜਾ ਆਪਣੇ ਕੋਲ ਦਿੱਤਾ, ਇਹ ਆ ਗਿਆ ਆਪਣੇ ਕੋਲ ਕੈਸ਼ ਇੱਥੇ, ਇਹ ਕਿੰਨੇ ਦਾ ਆ ਗਿਆ 3500। ਓਕੇ, ਤੇ ਹੋਰ ਕੀ ਸੀਗਾ ਆਪਣੇ ਕੋਲ, ਜਿਹੜਾ ਕੀ ਆ ਮਤਲਬ ਹੋਰ ਹੈਗਾ ਆਪਣੇ ਕੋਲ ਫਰਨੀਚਰ ਹੈ ਐਸੈਟ। ਫਰਨੀਚਰ ਦੇਖੋ ਕਿੱਥੇ ਆ ਫਰਨੀਚਰ। ਓਕੇ, ਫਰਨੀਚਰ ਪਾਓ ਇੱਧਰ 2100 ਦਾ। ਐਕਸ ਕੀ ਇਨਵੈਸਟਮੈਂਟ, ਇਨਵੈਸਟਮੈਂਟ ਪਾਤੀ 18000 ਦੀ। ਠੀਕ ਆ ਜੀ, ਤੇ ਅੱਗੇ ਕੀ ਆਪਣੇ ਕੋਲ ਆਊਗਾ ਆਊਟਸਟੈਂਡਿੰਗ ਸਬਸਕ੍ਰਿਪਸ਼ਨ ਜਿਹੜੀ ਆ। ਇਹਦੇ ਵਿੱਚ ਕਿੱਦਾਂ ਹੁੰਦਾ ਕਿ ਜਿਹੜੇ ਮੈਂ ਥੋੜੇ ਮੇਨ ਪੁਆਇੰਟ ਬੋਲਦੀ ਹੁੰਦੀ ਉਹਨਾਂ ਨੂੰ ਨੋਟ ਡਾਊਨ ਕਰ ਲਿਆ ਕਰੋ। ਠੀਕ ਆ, ਤਾਂ ਕਿ ਜਦੋਂ ਮਤਲਬ ਆਪਾਂ ਜਦੋਂ ਦੁਬਾਰਾ ਰਿਵਾਈਜ਼ ਕਰਨਾ ਤਾਂ ਆਪਾਂ ਨੂੰ ਯਾਦ ਹੋਣ, ਤਾਂ ਕਿ ਇਦਾਂ ਹੁੰਦਾ ਕਿ ਕਈ ਵਾਰੀ ਮਾਈਂਡ ਚੋਂ ਸਕਿਪ ਹੋ ਜਾਂਦੇ। ਠੀਕ ਆ, ਤੇ ਹੁਣ ਜਿਹੜਾ ਮੈਂ ਪੁਆਇੰਟ ਬੋਲਣ ਲੱਗੀ ਇਹਨੂੰ ਥੋੜਾ ਨੋਟ ਕਰ ਲਿਓ ਕਿ ਜਿਹੜੀਆਂ ਆਊਟਸਟੈਂਡਿੰਗ ਇਨਕਮ ਹੁੰਦੀਆਂ ਆ ਉਹਨੂੰ ਆਪਾਂ ਕੀ ਕਰੀਦਾ, ਉਹਨੂੰ ਐਸੈਟ ਸਾਈਡ ਸ਼ੋ ਕਰੀਦਾ ਆ। ਠੀਕ ਆ, ਤੇ ਜਿਹੜੀਆਂ ਆਊਟਸਟੈਂਡਿੰਗ ਐਕਸਪੈਂਸ ਹੁੰਦੇ ਆ ਉਹਨਾਂ ਨੂੰ ਲਾਇਬਿਲਿਟੀ ਸਾਈਡ ਸ਼ੋ ਕਰੀਦਾ ਹੈ। ਓਕੇ, ਤੇ ਜਿਹੜੇ ਐਡਵਾਂਸ ਇਨਕਮ ਹੁੰਦੀ ਆ ਉਹਨਾਂ ਨੂੰ ਲਾਇਬਿਲਿਟੀ ਸਾਈਡ ਸ਼ੋ ਕਰੀਦਾ, ਤੇ ਜਿਹੜੀਆਂ ਐਡਵਾਂਸ ਐਕਸਪੈਂਸ ਹੁੰਦੇ ਆ ਉਹਨਾਂ ਨੂੰ ਐਸੈਟ ਸਾਈਡ ਸ਼ੋ ਕਰੀਦਾ ਆ। ਜਿੱਦਾਂ ਹੁਣ ਆਪਣੇ ਕੋਲ ਇੱਥੇ ਕੀ ਆ ਸਬਸਕ੍ਰਿਪਸ਼ਨ ਜਿਹੜੀ ਆ ਉਹ ਇਨਕਮ ਆਪਣੀ। ਠੀਕ ਆ, ਆਊਟਸਟੈਂਡਿੰਗ ਸਬਸਕ੍ਰਿਪਸ਼ਨ ਜਿਹੜੀ ਆ ਉਹ ਆਪਾਂ ਕਿੱਧਰ ਸ਼ੋ ਕਰਨੀ ਆ ਐਸੈਟ ਸਾਈਡ। ਇੱਥੇ ਲਿਖਣਾ ਆਊਟਸਟੈਂਡਿੰਗ ਸਬਸਕ੍ਰਿਪਸ਼ਨ। ਕਿੰਨੇ ਦੀ ਸੀਗੀ ਆਊਟਸਟੈਂਡਿੰਗ ਸਬਸਕ੍ਰਿਪਸ਼ਨ 300 ਦੀ। ਹੋਰ ਕੀ ਸੀਗਾ ਆਪਣੇ ਕੋਲ ਆਊਟਸਟੈਂਡਿੰਗ ਜਿਹੜਾ ਸੀਗਾ ਇੱਕ ਇੰਟਰਸਟ। ਠੀਕ ਆ, 180 ਦਾ। ਆਊਟਸਟੈਂਡਿੰਗ ਕੀ ਸੀਗਾ ਇੰਟਰਸਟ 180 ਦਾ, ਉਹ ਵੀ ਆ ਗਿਆ। ਇੱਕ ਸੀਗਾ ਆਪਣੇ ਕੋਲ ਪ੍ਰੀਪੇਡ ਇੰਸ਼ੋਰੈਂਸ, ਜਿਹੜਾ ਆਪਾਂ ਐਡਵਾਂਸ ਵਿੱਚ ਇੰਸ਼ੋਰੈਂਸ ਪੇ ਕੀਤਾ ਸੀ ਉਹ ਆ ਗਿਆ ਪ੍ਰੀਪੇਡ ਇੰਸ਼ੋਰੈਂਸ। ਐਡਵਾਂਸ ਵਾਲਾ ਮਤਲਬ ਜਿਹੜਾ ਐਕਸਪੈਂਸ ਆ ਉਹ ਇੱਧਰ ਆਉਣਾ। ਠੀਕ ਆ, ਇੰਸ਼ੋਰੈਂਸ ਕਿੰਨਾ ਸੀਗਾ, ਇਹ ਸੀਗਾ ਪ੍ਰੀਪੇਡ ਇੰਸ਼ੋਰੈਂਸ 180 ਦਾ। ਇਹ ਵੀ 180 ਦਾ ਸੀਗਾ, ਨਹੀਂ 2 ਮਿੰਟ, ਪ੍ਰੀਪੇਡ ਇੰਸ਼ੋਰੈਂਸ ਸੀਗਾ 180 ਦਾ। ਜਿਹੜਾ ਆਊਟਸਟੈਂਡਿੰਗ ਇੰਟਰਸਟ ਸੀਗਾ ਉਹ ਸੀਗਾ 200 ਦਾ, ਸੋਰੀ ਇੱਥੇ 200 ਆਊਗਾ, ਤੇ ਜਿਹੜਾ ਇੰਸ਼ੋਰੈਂਸ ਸੀਗਾ ਉਹ ਸੀਗਾ 180 ਦਾ। ਠੀਕ ਆ ਜੀ, ਇਹ ਹੋ ਗਿਆ ਸਾਰਾ ਕੁਝ ਐਸੈਟ ਸਾਈਡ। ਆਈ ਹੋਪ ਕਿ ਹੋਰ ਨਹੀਂ ਆਊਗਾ ਕੁਛ। ਅੱਗੇ ਦੇਖੋ ਲਾਇਬਿਲਿਟੀ ਸਾਈਡ ਦੇਖ ਲੈਂਦੇ ਆ, ਜਦੋਂ ਟੋਟਲ ਇਕੁਅਲ ਆ ਜਾਣਾ ਫਿਰ ਆਪਾਂ ਨੂੰ ਪਤਾ ਲੱਗ ਜਾਊਗਾ ਕਿ ਠੀਕ ਆ। ਠੀਕ ਆ, ਤੇ ਨੈਕਸਟ ਕੀ ਹੈ ਇਹਦੇ ਵਿੱਚ ਪ੍ਰੀ ਰਿਸੀਵਡ ਸਬਸਕ੍ਰਿਪਸ਼ਨ, ਜਿਹੜੀ ਮਤਲਬ ਐਡਵਾਂਸ ਵਾਲੀ ਸਬਸਕ੍ਰਿਪਸ਼ਨ ਸੀਗੀ ₹100 ਵਾਲੀ, ਜਿਹੜੀ ਇਹ ਵਾਲੀ ਸੀਗੀ 100, ਇੱਥੇ 2020 ਦੀ ਸੀਗੀ ਐਡਵਾਂਸ ਸਬਸਕ੍ਰਿਪਸ਼ਨ। ਜਿਹੜੀ ਆਊਟਸਟੈਂਡਿੰਗ ਸਬਸਕ੍ਰਿਪਸ਼ਨ ਐਸੈਟ ਸਾਈਡ ਆ ਗਈ, ਤੇ ਐਡਵਾਂਸ ਜਿਹੜੀ ਸਬਸਕ੍ਰਿਪਸ਼ਨ ਆ ਉਹ ਲਾਇਬਿਲਿਟੀ ਸਾਈਡ ਆ ਜਾਣੀ। ਠੀਕ ਆ, ਐਡਵਾਂਸ ਸਬਸਕ੍ਰਿਪਸ਼ਨ ₹100 ਦੀ। ਹੋਰ ਕੀ ਸੀ ਆਊਟਸਟੈਂਡਿੰਗ ਜਿਹੜੀਆਂ ਕੀ ਸੀਗੀਆਂ ਸੈਲਰੀਜ਼। ਹੁਣ ਸੈਲਰੀਜ਼ ਐਕਸਪੈਂਸ ਆ ਆਊਟਸਟੈਂਡਿੰਗ ਆ, ਤੇ ਇਹ ਕਿੱਧਰ ਆ ਗਿਆ ਲਾਇਬਿਲਿਟੀ ਸਾਈਡ। ਠੀਕ ਆ, ਜਿੱਦਾਂ ਸਬਸਕ੍ਰਿਪਸ਼ਨ ਇਨਕਮ ਸੀ ਆਊਟਸਟੈਂਡਿੰਗ ਸੀ ਉਹ ਉੱਧਰ ਆ ਗਈ, ਤੇ ਜਿਹੜੀਆਂ ਸੈਲਰੀਜ਼ ਐਕਸਪੈਂਸ ਆ ਆਊਟਸਟੈਂਡਿੰਗ ਆ ਇਹ ਇੱਧਰ ਆ ਗਿਆ। ਓਕੇ 170।
ਤੇ ਨੈਕਸਟ ਆਪਾਂ ਜਿਹੜੇ ਸੀਗੇ ਇਨਫੋਰਮੇਸ਼ਨ ਦਿੱਤੀ ਹੋਈ ਆਪਾਂ ਨੂੰ ਉਹਨੂੰ ਆਪਾਂ ਸ਼ੋ ਕਰਦੇ ਕੈਪੀਟਲ ਫੰਡ ਆਪਾਂ ਨੂੰ ਫਿਲਹਾਲ ਕੋਈ ਵੀ ਦਿੱਤਾ ਨਹੀਂ, ਇੱਥੇ ਨੀਲ ਆ ਜਾਣਾ, ਨੀਲ। ਤੇ ਇਹਦੇ ਵਿੱਚ ਆਪਾਂ ਐਡ ਕਰਨਾ ਉਹਨਾਂ ਨੇ ਕੀਆ ਸੀਗਾ ਜਿਹੜੀ ਐਡੀਸ਼ਨ ਇਨਫੋਰਮੇਸ਼ਨ ਵਿੱਚ ਕਿ ਲਾਈਵ ਮੈਂਬਰਸ਼ਿਪ ਫੀਸ ਜਿਹੜੀ ਡੋਨੇਸ਼ਨ ਹੈ ਐਂਟਰੈਂਸ ਫੀਸ ਆ ਉਹ ਸਾਰੇ ਕੀ ਕਰਨੇ ਮਰਜ ਕਰਨੇ ਆ ਕੈਪੀਟਲ ਫੰਡ ਵਿੱਚ। ਡੋਨੇਸ਼ਨਸ ਕਿੰਨਾ ਸੀਗਾ ਸਭ ਤੋਂ ਪਹਿਲਾਂ, ਡੋਨੇਸ਼ਨਸ ਸੀਗਾ 50,000 ਦਾ, ਦੇਖੋ ਡੋਨੇਸ਼ਨਸ ਜਿਹੜਾ ਸੀਗਾ 50,000 ਦਾ, ਇੱਥੇ ਪਲੱਸ ਕਰ ਦੇਣਾ ਆਪਾਂ। ਅੱਗੇ ਕੀ ਸੀਗਾ ਲਾਈਫ ਮੈਂਬਰਸ਼ਿਪ ਫੀਸ, ਉਹ ਵੀ ਪਲੱਸ ਕਰ ਦੇਣੀ ਆ। ਇਹ ਕਿੰਨੀ ਸੀਗੀ 1500 ਦੀ। ਤੇ ਨੈਕਸਟ ਸੀਗਾ ਐਂਟਰੈਂਸ ਫੀਸ, $2,500। ਤੇ ਨੈਕਸਟ ਜਿਹੜਾ ਆਪਾਂ ਸਰਪਲਸ ਇੱਥੇ ਕੈਲਕੂਲੇਟ ਕੀਤਾ ਇਹ ਵਾਲਾ 910 ਦਾ, ਇਹਨੂੰ ਵੀ ਇੱਥੇ ਸਰਪਲਸ ਪਲੱਸ ਕਰਨਾ, ਜੇ ਡੈਫਿਸਿਟ ਹੋਵੇ ਉਹਨੂੰ ਮਾਈਨਸ ਕਰਨਾ, ਠੀਕ ਆ। ਸਰਪਲਸ ਕਿੰਨਾ ਸੀਗਾ 910 ਦਾ। ਤੇ ਇੱਕ ਇਹਦੇ ਵਿੱਚ ਹੋਰ ਆਊਗਾ ਜਿਹੜਾ ਇੱਥੇ ਮੈਂ ਦੱਸਿਆ ਸੀਗਾ ਤੁਹਾਨੂੰ ਐਕਸਪੈਂਸ ਜਿਹੜਾ ਸੀਗਾ ਇੱਥੇ ਬਾਈ ਐਕਸਪੈਂਸ ਆਫ ਕੁਆਡਰੈਂਗੂਲਰ ਮੈਚਿਸ ਸੀਗਾ ਨਾ, ਇਹਨੂੰ ਆਪਾਂ ਕਿਤੇ ਸ਼ੋ ਨਹੀਂ ਕੀਤਾ ਤੇ ਇਹਨੂੰ ਆਪਾਂ ਇੱਥੇ ਮਾਈਨਸ ਕਰਾਂਗੇ, ਇੱਥੇ ਮਾਈਨਸ ਕਰਾਂਗੇ ਐਕਸਪੈਂਡੀਚਰ ਆਫ ਕੁਆਡਰੈਂਗੂਲਰ ਮੈਚਿਸ, ਠੀਕ ਆ। ਇਹ ਕਿੰਨਾ ਸੀਗਾ 900। ਓਕੇ, ਇੱਥੇ ਸਾਰੇ ਇਹ ਪਲੱਸ ਕਰਕੇ ਜਿਹੜਾ ਐਕਸਪੈਂਸ ਆਫ ਕੁਆਡਰੈਂਗੂਲਰ ਮੈਚਿਸ ਆ ਉਹਨੂੰ ਮਾਈਨਸ ਕਰ ਦੇਣਾ ਤੇ ਆਪਣੇ ਕੋਲ ਇੱਥੇ ਅਮਾਊਂਟ ਕਿੰਨਾ ਆ ਗਿਆ, ਇੱਥੇ ਟੋਟਲ ਕਰਕੇ ਦੇਖ ਲਿਓ ਅਮਾਊਂਟ ਕਿੰਨਾ ਆਊਗਾ। ਓਕੇ 54,910 ਆਇਆ ਤੇ 9,100 ਤੇ ਇਹਦਾ ਟੋਟਲ ਆ ਗਿਆ ਆਪਣੇ ਕੋਲ 64,280 ਤੇ ਇੱਧਰ ਵੀ ਸੇਮ ਆ ਗਿਆ 64,280। ਇੱਥੇ ਦੇਖੋ ਥੋੜੀ ਜਿਹੀ ਮਿਸਟੇਕ ਹੋ ਗਈ ਆ, ਜਿਹੜੇ ਸਾਰੇ ਆਪਾਂ ਇਹਦੇ ਵਿੱਚ ਪਲੱਸ ਕਰਨੇ ਸੀਗੇ ਇਹਦਾ ਟੋਟਲ ਆਇਆ 54,910, ਠੀਕ ਆ। ਅੱਗੇ ਇੱਕ ਜਿਹੜੀ ਐਡੀਸ਼ਨ ਇੱਕ ਹੋਰ ਆਪਾਂ ਨੂੰ ਇਨਫੋਰਮੇਸ਼ਨ ਸੀਗੀ ਇੱਥੇ ਜਿਹੜਾ ਇੱਕ ਦਿੱਤਾ ਸੀ ਆਪਾਂ ਨੂੰ ਟੂ ਕੁਆਡਰੈਂਗੂਲਰ ਮੈਚ ਫੰਡ ਰਿਸੀਪਟਸ, ਠੀਕ ਆ। ਜਿਹੜੇ ਇੱਥੇ ਕੁਆਡਰੈਂਗੂਲਰ ਮੈਚ ਲਈ ਫੰਡ ਰਿਸੀਪਟਸ ਸੀ ਉਹ ਵੀ ਆਉਣੇ ਆ ਤੇ ਇੱਥੇ ਜਿਹੜੇ ਸੀਗੇ ਐਕਸਪੈਂਸਿਸ ਆਪਣੇ ਕੋਲ, ਠੀਕ ਆ, ਇਹ ਇੱਥੇ ਸ਼ੋ ਕਰਨੇ ਆ। ਫੰਡ ਜਿਹੜਾ ਆਇਆ ਸੀਗਾ 10,000 ਦਾ, ਇਹਨੂੰ ਇੱਥੇ ਲਿਖ ਲਿਓ ਐਕਸਪੈਂਸਿਸ ਆਫ ਜਿਹੜਾ ਫੰਡ ਰਿਸੀਪਟਸ ਕਿੰਨਾ ਸੀ 10,000 ਮਾਈਨਸ ਐਕਸਪੈਂਸਿਸ ਜਿਹੜੇ ਸੀਗੇ 900 ਦੇ, ਠੀਕ ਆ। 900 ਚੋਂ ਮਾਈਨਸ ਕੀਤਾ ਤਾਂ ਆਪਣੇ ਕੋਲ ਇੱਥੇ 9,100 ਤਾਂ ਆਇਆ ਜਾਂਦਾ, ਠੀਕ ਆ। ਤੇ ਬਾਕੀ ਸਾਰਾ ਤੁਸੀਂ ਟੋਟਲ ਕਰਕੇ ਦੇਖ ਲੈਣਾ ਤੇ ਬਾਕੀ ਕੋਈ ਪ੍ਰੋਬਲਮ ਹੋਈ ਤਾਂ ਮੈਨੂੰ ਪੁੱਛ ਲੈਣਾ, ਠੀਕ ਆ। ਆਈ ਹੋਪ ਕਿ ਤੁਹਾਨੂੰ ਇਹ ਜਿਹੜਾ ਸਮਝ ਆਇਆ ਹੋਊਗਾ, ਵੀਡੀਓ ਹੈਲਪਫੁਲ ਲੱਗੀ ਹੋਵੇ ਤਾਂ ਵੀਡੀਓ ਨੂੰ ਲਾਈਕ ਕਰਨਾ, ਸ਼ੇਅਰ ਕਰਨਾ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ। ਥੈਂਕ ਯੂ ਸੋ ਮਚ।